ਨਿਸ਼ਾਨਦੇਹੀ ਕਰਵਾਉਣੀ ਪੈਂਦੀ ਹੈ ਜ਼ਮੀਨ ਦੀ ਜਾਇਦਾਦ ਦੀ। ਅਸਲ ਦੇ ਵਿੱਚ ਨਿਸ਼ਾਨਦੇਹੀ ਹੁੰਦੀ ਕੀ ਹੈ, ਸਭ ਤੋਂ ਪਹਿਲਾਂ ਹੀ ਦੱਸ ਦਿਓ। ਪੰਜਾਬ ਜਾਂ ਭਾਰਤ ਦੀਆਂ ਅਦਾਲਤਾਂ ਵਿੱਚ ਜ਼ਮੀਨ ਸੰਬੰਧੀ ਜਿੰਨੇ ਕੇਸ ਚੱਲ ਰਹੇ ਆ ਉਹਨਾਂ ਚੋਂ 90% ਕੇਸ ਨਿਸ਼ਾਨਦੇਹੀ ਦੇ ਝਗੜਿਆਂ ਕਰਕੇ ਹੀ। ਸਰਕਾਰ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕਰਕੇ ਨਿਸ਼ਾਨਦੇਹੀ ਕਰਨ ਵਾਸਤੇ ਸਮੇਂ ਸੀਮਾ ਵੀ ਨਿਸ਼ਚਿਤ ਕੀਤੀ ਜਾਂਦੀ ਹੈ। ਅਲਵਾਲੇ ਸਾਹਿਬ, ਨਿਸ਼ਾਨਦੇਹੀ ਜ਼ਰੂਰੀ ਕਿੰਨੀ ਕੁ ਹੁੰਦੀ ਹੈ, ਕਿਉਂ ਕੀਤੀ ਜਾਂਦੀ ਹੈ, ਕੀ ਲੋੜ ਪੈ ਜਾਂਦੀ ਹੈ? ਕਿਉਂਕਿ ਸਭ ਨੂੰ ਪਤਾ ਹੁੰਦਾ ਕਿ ਮੇਰੀ ਕਿੰਨੀ ਜ਼ਮੀਨ ਹੈ, ਕਿਉਂ ਜ਼ਰੂਰਤ ਪੈਂਦੀ ਹੈ, ਕਿੰਨਾ ਕੁ ਮਹੱਤਵ ਹੈ? ਜਦੋਂ ਅਸੀਂ ਜ਼ਮੀਨ ਖਰੀਦਦੇ ਹਾਂ ਪਹਿਲਾਂ ਤਾਂ ਉਦੋਂ ਹੀ ਸਾਡਾ ਹੱਕ ਬਣਦਾ ਹੈ ਕਿ ਅਸੀਂ ਜਦੋਂ ਜ਼ਮੀਨ ਖਰੀਦਦੇ ਹਾਂ ਜੀ ਤਾਂ ਵੇਚਣ ਵਾਲਿਆਂ ਨੂੰ ਕਹੀਏ ਭਾਈ ਇਹਦੀ ਨਿਸ਼ਾਨਦੇਹੀ ਕਰਕੇ ਸਾਡਾ ਰਕਬਾ ਪੂਰਾ ਕਰਕੇ ਦੇ, ਉਸ ਤੋਂ ਬਾਅਦ ਰਜਿਸਟਰੀ ਕਰੋ। ਸਿਰਫ ਨਿਸ਼ਾਨੀਆਂ ਲਾਤੇ ਜਾਂਦੀਆਂ, ਇੱਥੋਂ ਤੇਰਾ, ਇੱਥੋਂ ਤੇਰਾ, ਇੱਥੋਂ ਤੇਰਾ, ਬਿਲਕੁਲ ਪੂਰੀ ਮਿਣਤੀ ਨਹੀਂ ਕੀਤੀ ਜਾਂਦੀ। ਜੇ ਇੱਕ ਬੰਦੇ ਕੋਲ 10 ਕਿੱਲੇ ਜ਼ਮੀਨ ਹੈ, 10 ਕਿੱਲੇ ਦੀ ਫਸਲ 'ਚ ਉਹਦਾ ਪੂਰਾ ਨਹੀਂ ਪੈਂਦਾ ਤਾਂ ਸੜਕ ਦੇ ਨਾਲ ਲੱਗਦੀ 4 ਫੁੱਟ ਜਗ੍ਹਾ ਘੇਰ ਕੇ ਕਿੰਨੀ ਕੁ ਫਸਲ ਬਚਾ ਲਏਗਾ? 15-15 ਫੁੱਟ ਦੇ ਰਸਤੇ ਸੀਗੇ 3-3 ਕਰਮਾਂ ਦੇ, ਉਹ ਇਸ ਵੇਲੇ ਵੀ 1 ਕਰਮ ਜਾਂ 1.5 ਕਰਮ ਦੇ ਰਹਿ ਗਏ। ਕਿਉਂ? ਲੋਕਾਂ ਜੋ ਟਰੈਕਟਰ ਵਾਹੁੰਦੇ ਨਾਲ ਤਵੀਆਂ ਦੇ ਨਾਲ ਖਿੱਚ ਕੇ ਲੈ ਜਾਂਦੇ। ਤੇ ਅਕਸਰ ਦੇਖਿਆ ਜਾਂਦਾ ਕਈ ਵਾਰ ਪਿੰਡਾਂ ਦੇ ਵਿੱਚ ਨੰਬਰਦਾਰ ਨੂੰ ਲੈ ਕੇ, ਸਰਪੰਚ ਨੂੰ ਲੈ ਕੇ ਜਾਂ ਮੌਤਬਰ ਬੰਦਿਆਂ ਨੂੰ ਲੈ ਕੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਉਹ ਕਿੰਨੀ ਕੁ ਮਾਨਤਾ ਪ੍ਰਾਪਤ ਹੁੰਦੀ ਹੈ ਜਾਂ ਉਹਦੀ ਵੀ ਕੋਈ ਲਿਖਾ ਪੜ੍ਹੀ ਹੋ ਜਾਂਦੀ ਹੈ? ਨਹੀਂ, ਉਹਦੀ ਕੋਈ ਲਿਖਾ ਪੜ੍ਹੀ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲ ਕਰਦੇ ਹਾਂ। ਮੁੱਦੇ ਹੁੰਦੇ ਨੇ ਜ਼ਮੀਨ ਜਾਇਦਾਦ ਦੇ ਨਾਲ ਜੁੜੇ ਹੋਏ, ਕਾਨੂੰਨੀ ਪਹਿਲੂਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਕਿ ਕੀ ਹੁੰਦੀ ਹੈ ਮਲਕੀਅਤ, ਕੀ ਹੁੰਦੀ ਹੈ ਮੁਖਤਿਆਰਨਾਮਾ, ਕੀ ਹੁੰਦਾ ਹੈ ਜ਼ਮੀਨ ਜਾਇਦਾਦ ਦੇ ਕੰਮਕਾਜ ਕਿਵੇਂ ਕੀਤੇ ਜਾਂਦੇ ਨੇ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਚਰਚਾ ਕਰਦੇ ਹਾਂ। ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਆਹਲੂਵਾਲੀਆ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਹੈ। ਆਹਲੂਵਾਲੀਆ ਸਾਹਿਬ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਾਇਦਾਦ ਦੇ ਜਿੰਨੇ ਵੀ ਮਸਲੇ ਹੁੰਦੇ ਨੇ ਉਹਨਾਂ 'ਤੇ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਜਿਹੜਾ ਇੱਕ ਅਹਿਮ ਮਸਲਾ ਹੁੰਦਾ ਉਹ ਹੈ ਨਿਸ਼ਾਨਦੇਹੀ ਦਾ। ਨਿਸ਼ਾਨਦੇਹੀ ਕਰਵਾਉਣੀ ਪੈਂਦੀ ਹੈ ਜ਼ਮੀਨ ਦੀ, ਜਾਇਦਾਦ ਦੀ। ਅਸਲ ਦੇ ਵਿੱਚ ਨਿਸ਼ਾਨਦੇਹੀ ਹੁੰਦੀ ਕੀ ਹੈ, ਸਭ ਤੋਂ ਪਹਿਲਾਂ ਹੀ ਦੱਸ ਦਿਓ। ਧਰਮਿੰਦਰ ਜੀ, ਆਮ ਤੌਰ 'ਤੇ ਦੇਖਿਆ ਗਿਆ ਕਿ ਪੰਜਾਬ ਜਾਂ ਭਾਰਤ ਦੀਆਂ ਅਦਾਲਤਾਂ ਵਿੱਚ ਜ਼ਮੀਨ ਸੰਬੰਧੀ ਜਿੰਨੇ ਕੇਸ ਚੱਲ ਰਹੇ ਆ ਉਹਨਾਂ ਚੋਂ 90% ਕੇਸ ਨਿਸ਼ਾਨਦੇਹੀ ਦੇ ਝਗੜਿਆਂ ਕਰਕੇ ਹੀ ਚੱਲ ਰਹੇ ਆ ਜੀ। ਲੋਕ ਨਿੱਕੀ ਗੱਲ ਤੇ ਨਿਸ਼ਾਨਦੇਹੀ ਪਿੱਛੇ ਅਦਾਲਤਾਂ 'ਚ ਚਲੇ ਜਾਂਦੇ ਆ, ਜਿਸ ਕਾਰਨ ਅਦਾਲਤਾਂ ਦਾ ਵੀ ਬੋਝ ਵੱਧਦਾ ਅਤੇ ਲੋਕਾਂ ਦੇ ਖਰਚੇ ਵੀ ਵੱਧਦੇ ਆ। ਸਰਕਾਰ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕਰਕੇ ਨਿਸ਼ਾਨਦੇਹੀ ਕਰਨ ਵਾਸਤੇ ਸਮੇਂ ਸੀਮਾ ਵੀ ਨਿਸ਼ਚਿਤ ਕੀਤੀ ਜਾਂਦੀ ਹੈ ਜੀ। ਇਸ ਦਾ ਪ੍ਰੋਸੀਜਰ ਜੋ ਹੈ ਉਹ ਵੀ ਵੱਖ-ਵੱਖ ਸਮੇਂ ਨੋਟੀਫਾਈ ਕੀਤਾ ਜਾਂਦਾ। ਨਿਸ਼ਾਨਦੇਹੀ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਮਿਤੀ 25/10/2013 ਨੂੰ ਜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਇਹ ਨਿਸ਼ਾਨਦੇਹੀ ਜੇ ਕੋਈ ਦਰਖਾਸਤ ਦਿੰਦਾ ਤਾਂ 45 ਦਿਨਾਂ ਦੇ ਅੰਦਰ ਮੁਕੰਮਲ ਹੋਣੀ ਚਾਹੀਦੀ ਹੈ, ਚਾਹੇ ਉਹ ਮੈਨੂਅਲੀ ਹੋਵੇ ਚਾਹੇ ਟੋਟਲ ਸਟੇਸ਼ਨ ਰਾਹੀਂ ਹੋਵੇ ਜੀ। ਟੋਟਲ ਸਟੇਸ਼ਨ ਦਾ ਪਰਸੈਪਸ਼ਨ ਜਿਹੜਾ ਹੈਗਾ ਉਹ ਜ਼ਿਆਦਾਤਰ 2017 ਤੋਂ ਲਾਗੂ ਹੋਇਆ। ਉਹ ਡਿਜੀਟਲੀ ਕੀਤੀ ਜਾਂਦੀ ਹੈ। ਨਿਸ਼ਾਨਦੇਹੀ ਕਰਾਉਣ ਵਾਸਤੇ ਕਿਸੇ ਵੀ ਵਿਅਕਤੀ ਨੂੰ ਆਪਣੀ ਜਮ੍ਹਾਂਬੰਦੀ ਦੀ ਕਾਪੀ ਨਾਲ ਦਰਖਾਸਤ ਲਗਾ ਕੇ ਸੇਵਾ ਕੇਂਦਰ ਵਿੱਚ
ਦਰਖਾਸਤ ਦੇਣੀ ਹੁੰਦੀ ਹੈ ਕਿ ਮੈਨੂੰ ਇਹ ਮੇਰੀ ਜਿਹੜੀ ਜ਼ਮੀਨ ਹੈਗੀ ਹੈ ਉਸ ਦੇ ਇਹਨਾਂ ਖਸਰਾ ਨੰਬਰਾਂ ਦੀ ਜਾਂ ਇੰਨੇ ਰਕਬੇ ਦੀ ਨਿਸ਼ਾਨਦੇਹੀ ਦੀ ਲੋੜ ਹੈ। ਸੇਵਾ ਕੇਂਦਰ ਤੋਂ ਇਹ ਫਿਰ ਜਿਹੜੀ ਹੈ ਤਹਿਸੀਲਦਾਰ ਸਾਹਿਬ ਕੋਲ ਚਲੀ ਜਾਂਦੀ ਹੈ। ਤਹਿਸੀਲਦਾਰ ਅੱਗੇ ਉਹਨਾਂ ਨੂੰ ਕਾਨੂੰਗੋ ਕੋਲ ਭੇਜ ਦਿੰਦੇ ਆ। ਜੇ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਤਾਂ ਕਾਨੂੰਗੋ ਪਟਵਾਰੀ ਦੇ ਰਾਹੀਂ ਸੰਬੰਧਿਤ ਧਿਰਾਂ ਨੂੰ ਬੁਲਾ ਕੇ ਸਮਾਂ ਨਿਸ਼ਚਿਤ ਕਰਦਾ ਕਿ ਕਿਸ ਦਿਨ ਨਿਸ਼ਾਨਦੇਹੀ ਕਰਨੀ। ਜੇ ਨਿਸ਼ਾਨਦੇਹੀ ਨਹੀਂ ਹੋ ਸਕਦੀ, ਸਾਂਝਾ ਖਾਤਾ ਹੈ ਜਾਂ ਕੋਈ ਕਾਨੂੰਨੀ ਅੜਚਨ ਹੈ, ਤਾਂ ਕਾਨੂੰਗੋ ਉਸ 'ਤੇ ਆਪਣੀ ਰਿਪੋਰਟ ਕਰਕੇ ਉਸ ਦਰਖਾਸਤ ਨੂੰ ਤਹਿਸੀਲਦਾਰ ਕੋਲ ਵਾਪਸ ਭੇਜ ਸਕਦਾ। ਹੁਣ ਜਿਹੜਾ ਨਵਾਂ ਪ੍ਰਚਲਨ ਚੱਲਿਆ ਡਿਜੀਟਲ ਮੇਜਰਮੈਂਟ ਆਫ ਲੈਂਡ, ਇਹ ਵੀ ਸੇਵਾ ਕੇਂਦਰ ਰਾਹੀਂ ਹੁੰਦੀ ਹੈ। ਇਹ ਇੱਕ ਪੰਜਾਬ ਸਰਕਾਰ ਨੇ ਕੰਪਨੀ ਨੂੰ ਹਾਇਰ ਕੀਤਾ ਹੋਇਆ ਜਿਹੜੇ ਕਿ ਕੰਪਿਊਟਰ ਰਾਹੀਂ ਨਿਸ਼ਾਨਦੇਹੀ ਕਰ ਦਿੰਦੀ। ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਨਿਸ਼ਾਨਦੇਹੀ ਕਰਨ ਵਾਲੀ ਅਲਟੀਮੇਟ ਅਥਾਰਟੀ ਤਹਿਸੀਲਦਾਰ ਜਾਂ ਕਾਨੂੰਗੋ ਹੀ ਹੈ। ਕਈ ਵਾਰ ਲੋਕ ਕੀ ਕਰਦੇ ਆ, ਇੱਕ ਵਾਰੀ ਨਿਸ਼ਾਨਦੇਹੀ ਕਰਾ ਲਈ, ਫਿਰ ਕਹਿਣਗੇ ਨਹੀਂ ਜੀ ਸਾਨੂੰ ਤਸੱਲੀ ਨਹੀਂ ਹੋਈ, ਦੁਬਾਰਾ ਕਰੋ। ਫਿਰ ਕਹਿਣਗੇ ਨਹੀਂ ਜੀ ਸਾਡੀ ਤਸੱਲੀ ਨਹੀਂ ਹੋਈ, ਤੀਜੀ ਵਾਰ ਕਰੋ। ਠੀਕ ਹੈ। ਉਸ ਤੋਂ ਬਾਅਦ ਫਿਰ ਕਹਿਣਗੇ ਨਹੀਂ ਜੀ ਅਸੀਂ ਤਾਂ ਫਲਾਣੇ ਬੰਦੇ ਤੋਂ ਰਿਟਾਇਰਡ ਕਾਨੂੰਗੋ ਤੋਂ ਜਾਂ ਰਿਟਾਇਰਡ ਨਾਇਬ ਤਹਿਸੀਲਦਾਰ ਤੋਂ ਕਮਿਸ਼ਨ ਮੁਕਰਰ ਕਰਕੇ ਕਰਾਉਣਾ ਚਾਹੁੰਦੇ। ਕਈ ਵਾਰੀ ਲੋਕ ਸਿਵਲ ਕੋਰਟ 'ਚ ਵੀ ਚਲੇ ਜਾਂਦੇ ਆ ਨਿਸ਼ਾਨਦੇਹੀ ਦੇ ਮਸਲੇ 'ਚ, ਪਰੰਤੂ ਸਿਵਲ ਕੋਰਟ ਜਾ ਕੇ ਉਹ ਮੇਰੇ ਮੁਤਾਬਕ ਆਪਣੇ ਪੈਰੀ ਕੁਹਾੜੀ ਮਾਰ ਲੈਂਦੇ ਆ ਕਿਉਂਕਿ ਸਿਵਲ ਕੋਰਟ ਕੋਲ ਕੋਈ ਇਹੋ ਜਿਹਾ ਅਧਿਕਾਰੀ ਜਾਂ ਕਰਮਚਾਰੀ ਨਹੀਂ ਹੈ ਜੋ ਜਾ ਕੇ ਮੌਕੇ 'ਤੇ ਨਿਸ਼ਾਨਦੇਹੀ ਕਰੇ। ਅਲਟੀਮੇਟਲੀ ਉਸਨੇ ਫਿਰ ਕਿਸੇ ਨਾ ਕਿਸੇ ਤਹਿਸੀਲਦਾਰ ਨੂੰ, ਨਾਇਬ ਤਹਿਸੀਲਦਾਰ ਨੂੰ ਜਾਂ ਕਾਨੂੰਗੋ ਨੂੰ ਕਮਿਸ਼ਨ ਮੁਕਰਰ ਕਰਕੇ ਨਿਸ਼ਾਨਦੇਹੀ ਕਰਵਾਉਣੀ ਹੁੰਦੀ। ਇਸ ਲਈ ਮੈਂ ਆਪਦੇ ਇਸ ਚੈਨਲ ਰਾਹੀਂ ਲੋਕਾਂ ਨੂੰ ਆਗਾਹ ਕਰਨਾ ਚਾਹੁੰਦਾ ਕਿ ਨਿਸ਼ਾਨਦੇਹੀ ਦੇ ਮਸਲੇ 'ਚ ਕਦੇ ਵੀ ਸਿਵਲ ਕੋਰਟ ਦਾ ਰੁਖ ਨਾ ਅਖਤਿਆਰ ਕਰੋ ਕਿਉਂਕਿ ਉੱਥੇ ਜਾ ਕੇ ਜੋ ਕਹਾਵਤ ਹੈ ਕਿ ਇੱਕ ਪੀੜ੍ਹੀ ਕੇਸ ਕਰਦੀ ਹੈ ਅਤੇ ਦੂਜੀ ਪੀੜ੍ਹੀ ਉਸ ਦਾ ਫੈਸਲਾ ਸੁਣਦੀ ਹੈ। ਇਸ ਲਈ ਨਿਸ਼ਾਨਦੇਹੀ ਦੇ ਮਸਲੇ ਜਿਹੜੇ ਹੈਗੇ ਆ ਉਹ ਆਪਸ 'ਚ ਪਹਿਲਾਂ ਤਾਂ ਪੰਚਾਇਤ 'ਚ ਰਜਾਮੰਦੀ ਨਾਲ ਸੁਲਝਾ ਲੈਣੇ ਚਾਹੀਦੇ ਜੀ। ਨੰਬਰ 2 'ਤੇ ਜੇ ਨਹੀਂ ਹੁੰਦਾ ਤਾਂ ਤਹਿਸੀਲਦਾਰ ਪੱਧਰ 'ਤੇ ਇਸ ਨੂੰ ਸੁਲਝਾ ਲੈਣਾ ਹੀ ਵੱਡੀ ਗੱਲ ਹੈ। ਜੇ ਨਹੀਂ ਹੁੰਦਾ ਕਿਸੇ ਤਰੀਕੇ ਫੈਸਲਾ, ਫਿਰ ਭਾਵੇਂ ਸਿਵਲ ਕੋਰਟ ਦਾ ਰਸਤਾ ਅਖਤਿਆਰ ਕੀਤਾ ਜਾਵੇ। ਅਦਰਵਾਈਜ਼ ਇਹ ਇੱਕ ਬਹੁਤ ਲੈਂਥੀ ਪ੍ਰੋਸੈਸਰ ਬਣ ਜਾਂਦਾ। ਕਈ ਵਾਰੀ ਇੱਕ ਕਮਿਸ਼ਨ ਬੈਠ ਗਿਆ, ਦੂਜਾ ਕਮਿਸ਼ਨ ਬੈਠ ਗਿਆ, ਤੀਜਾ ਕਮਿਸ਼ਨ ਬੈਠ ਗਿਆ, ਹਰ ਇੱਕ ਨੇ ਆਪਣੇ ਹਿਸਾਬ ਨਾਲ ਨਿਸ਼ਾਨਦੇਹੀ ਕਰਨੀ ਹੁੰਦੀ ਹੈ। ਨਿਸ਼ਾਨਦੇਹੀ ਕਰਨ ਵਾਸਤੇ ਜੋ ਤਰੀਕਾ ਇਖਤਿਆਰ ਕੀਤਾ ਜਾਂਦਾ ਹੈ ਉਹ ਹੈ ਜ਼ਰੀਬ। ਜ਼ਰੀਬ ਇੱਕ ਪੈਮਾਨਾ ਹੁੰਦਾ, ਲੋਹੇ ਦੀਆਂ ਕੜੀਆਂ ਬਣੀਆਂ ਹੁੰਦੀਆਂ, ਉਹਨਾਂ ਦੇ ਨਾਲ ਜਿਹੜੇ ਹੈਗੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਆਮ ਲੋਕਾਂ ਨੂੰ ਕਈ ਵਾਰ ਜਰੀਬ ਦਾ ਪਤਾ ਨਹੀਂ ਹੁੰਦਾ, ਪਟਵਾਰੀ ਜਰੀਬ ਲੈ ਕੇ ਚਲਾ ਜਾਂਦਾ। ਕਈ ਵਾਰੀ ਜਰੀਬ ਦੀਆਂ ਕੜੀਆਂ ਆਪਸ 'ਚ ਚੜ੍ਹ ਜਾਂਦੀਆਂ। ਜੇ ਸਾਰੀ ਜਰੀਬ 'ਚੋਂ 2 ਜਾਂ 3 ਕੜੀਆਂ ਵੀ ਚੜ੍ਹ ਗਈਆਂ ਤਾਂ ਫੁੱਟਾਂ 'ਚ ਰਕਬੇ ਦਾ ਫਰਕ ਪੈ ਜਾਂਦਾ ਜੀ। ਇਸ ਲਈ ਜੋ ਹਦਾਇਤਾਂ ਹੈ ਉਹ ਇਹ ਹੈ ਕਿ ਪਟਵਾਰੀ ਜਰੀਬ ਖੋਲ੍ਹ ਕੇ ਉਸ ਨੂੰ ਪੱਧਰੀ ਥਾਂ 'ਤੇ ਵਿਛਾਏਗਾ ਜੀ। ਵਿਛਾ ਕੇ ਉਸ ਦੀਆਂ ਕੜੀਆਂ ਦੀ ਪੜਤਾਲ ਕਰੇਗਾ ਕਿ ਕੋਈ ਕੜੀ ਇੱਕ ਦੂਜੇ ਉੱਤੇ ਚੜ੍ਹੀ ਤਾਂ ਨਹੀਂ ਹੋਈ। ਉਸ ਤੋਂ ਬਾਅਦ ਕਾਨੂੰਗੋ ਚੌਂਕੀਦਾਰ ਦੀ ਮਦਦ ਨਾਲ ਜਾਂ ਉੱਥੇ ਹਾਜ਼ਰ ਵਿਅਕਤੀਆਂ 'ਚੋਂ ਕਿਸੇ ਇੱਕ ਸਾਂਝੇ ਵਿਅਕਤੀ ਦੀ ਮਦਦ ਨਾਲ ਜਰੀਬ ਦੇ ਨਾਲ ਪਟਵਾਰੀ ਦੇ ਰਿਕਾਰਡ ਅਨੁਸਾਰ ਉਸ ਰਕਬੇ ਦੀ ਮਿਣਤੀ ਕਰੇਗਾ ਜੀ। ਇਸ ਲਈ ਪਹਿਲੇ ਸਮਿਆਂ ਵਿੱਚ ਪੱਥਰ ਲਗਾਏ ਜਾਂਦੇ ਸੀ ਪਿੰਡਾਂ 'ਚ ਜੀ। ਇੱਕ 10 ਕਿੱਲੇ 'ਤੇ, ਫਿਰ 10 ਕਿੱਲੇ 'ਤੇ, ਫਿਰ 10 ਕਿੱਲੇ 'ਤੇ ਲਾਲ ਪੱਥਰ ਲਗਾਏ ਜਾਂਦੇ ਸੀ। ਪਰ ਸਮੇਂ ਦੇ ਨਾਲ ਜਾਂ ਲੋਕਾਂ 'ਚ ਵਾਧੇ ਲਾਲਚ ਦੇ ਕਾਰਨ
ਉਹ ਪੱਥਰ ਜਾਂ ਤਾਂ ਪੱਟ ਕੇ ਸੁੱਟਤੇ ਗਏ ਜਾਂ ਉਹਨਾਂ ਨੂੰ ਅੱਗੇ ਪਿੱਛੇ ਕਰ ਦਿੱਤਾ ਗਿਆ, ਜਿਸ ਕਾਰਨ ਸਾਰੇ ਪਿੰਡ ਦੀ ਹੀ ਨਿਸ਼ਾਨਦੇਹੀ ਜਿਹੜੀ ਹੈਗੀ ਹੈ ਉਹ ਗੜਬੜਾ ਜਾਂਦੀ ਹੈ। ਅਤੇ ਕਈ ਵਾਰੀ ਮੁਸ਼ਕਿਲ ਇੰਨੀ ਵੱਧ ਜਾਂਦੀ ਹੈ ਕਿ ਦੂਜੇ ਜਾਂ ਤੀਜੇ ਪਿੰਡ ਤੋਂ ਜਾ ਕੇ ਨਿਸ਼ਾਨਦੇਹੀ ਕਰਕੇ ਰਕਬਾ ਮਿਲਣਾ ਪੈਂਦਾ ਜੀ। ਹੁਣ ਜੋ ਨਵੀਂ ਤਕਨੀਕ ਆਈ ਹੈ, ਡਿਜੀਟਲ GPS ਸਿਸਟਮ ਨਾਲ ਨਿਸ਼ਾਨਦੇਹੀ ਹੁੰਦੀ ਹੈ, ਉਹ ਹੁਣ ਸਰਕਾਰ ਨੇ ਕੋਸ਼ਿਸ਼ ਕੀਤੀ ਹੈ। ਇਸ ਵੇਲੇ ਬਰਨਾਲਾ ਜ਼ਿਲ੍ਹੇ 'ਚ ਲਗਭਗ 10 ਜਾਂ 15 ਪਿੰਡਾਂ 'ਚ ਕੰਮ ਹੋ ਵੀ ਚੁੱਕਾ ਹੈ ਕਿ ਪੁਰਾਣੇ ਪੱਥਰ ਜੇ ਨਹੀਂ ਲੱਭਦੇ ਜੀ ਤਾਂ ਨਵਾਂ ਇੱਕ ਪੱਥਰ ਕਾਇਮ ਕਰਕੇ ਜਿਹੜਾ ਇਸ ਵੇਲੇ ਵਿਜ਼ੀਬਲ ਹੋਵੇ, ਉੱਥੋਂ ਮਿਣਤੀ ਕਰਕੇ ਸਾਰੇ ਪਿੰਡ ਦੇ ਵਿੱਚ 10-10 ਏਕੜ 'ਤੇ ਲਾਲ ਪੱਥਰ ਲਾਤੇ ਜਾਣ। ਔਰ ਪੱਥਰਾਂ ਦੀ ਡੂੰਘਾਈ ਇੰਨੀ ਹੈ ਕਿ 5-6 ਫੁੱਟ ਥੱਲੇ ਧਰਤੀ 'ਚ ਦੱਬ ਕੇ ਲਾਏ ਜਾ ਰਹੇ ਹਾਂ। ਮੈਂ ਕੱਲ੍ਹ ਹੀ ਵੀਡੀਓ ਦੇਖ ਰਿਹਾ ਸੀ, ਅਤੇ ਉਹ ਜ਼ਿਲ੍ਹਾ ਬਰਨਾਲਾ ਦੇ ਵਿੱਚ ਸਰਬਜੀਤ ਸਿੰਘ ਵਾਲੀਆ SDM ਹੈਗੇ ਉੱਥੇ, ਉਹਨਾਂ ਦੀ ਮਦਦ ਨਾਲ ਪੰਚਾਇਤਾਂ ਨੇ ਆਪਣੇ ਪੱਧਰ 'ਤੇ ਇਹ ਕੰਮ ਕਰਵਾਉਣਾ ਜਿਹੜਾ ਹੈਗਾ ਸ਼ੁਰੂ ਕੀਤਾ ਹੋਇਆ, ਜਿਹਦੇ ਨਾਲ ਮੇਰੇ ਖਿਆਲ ਆ ਵੀ ਆਮ ਲੋਕਾਂ ਨੂੰ ਅੱਗੇ ਤੋਂ ਨਿਸ਼ਾਨਦੇਹੀ 'ਚ ਕੋਈ ਮੁਸ਼ਕਲ ਨਹੀਂ ਆਏਗੀ, ਤਹਿਸੀਲ ਦੇ ਅਧਿਕਾਰੀਆਂ ਨੂੰ ਕੋਈ ਮੁਸ਼ਕਲ ਨਹੀਂ ਆਏਗੀ ਜੀ, ਅਤੇ ਲੋਕਾਂ ਦੇ ਝਗੜੇ ਜਿਹੜੇ ਹੈਗੇ ਆ ਉਹ 90% ਪਿੰਡ ਵਿੱਚ ਹੀ ਨਿਬੜ ਜਾਇਆ ਕਰਨੇ ਜੀ। ਅਲਵਾਲੇ ਸਾਹਿਬ, ਨਿਸ਼ਾਨਦੇਹੀ ਜ਼ਰੂਰੀ ਕਿੰਨੀ ਕੁ ਹੁੰਦੀ ਹੈ, ਕਿਉਂ ਕੀਤੀ ਜਾਂਦੀ ਹੈ, ਕੀ ਲੋੜ ਪੈ ਜਾਂਦੀ ਹੈ? ਕਿਉਂਕਿ ਸਭ ਨੂੰ ਪਤਾ ਹੁੰਦਾ ਹੈ ਕਿ ਮੇਰੀ ਕਿੰਨੀ ਜ਼ਮੀਨ ਹੈ, ਕਿਉਂ ਜ਼ਰੂਰਤ ਪੈਂਦੀ ਹੈ, ਕਿੰਨਾ ਕੁ ਮਹੱਤਵ ਹੈ ਇਹਦਾ? ਧਰਮਿੰਦਰ ਜੀ, ਜਦੋਂ ਅਸੀਂ ਜ਼ਮੀਨ ਖਰੀਦਦੇ ਹਾਂ, ਪਹਿਲਾਂ ਤਾਂ ਉਦੋਂ ਹੀ ਸਾਡਾ ਹੱਕ ਬਣਦਾ ਕਿ ਅਸੀਂ ਜਦੋਂ ਜ਼ਮੀਨ ਖਰੀਦਦੇ ਹਾਂ ਜੀ ਤਾਂ ਵੇਚਣ ਵਾਲਿਆਂ ਨੂੰ ਕਹੀਏ ਭਾਈ ਇਹਦੇ ਨਿਸ਼ਾਨਦੇਹੀ ਕਰਕੇ ਸਾਡਾ ਰਕਬਾ ਪੂਰਾ ਕਰਕੇ ਦੇ, ਉਸ ਤੋਂ ਬਾਅਦ ਰਜਿਸਟਰੀ ਕਰਾਵਾਂ। ਖੈਰ, ਅਗਰ ਐਸਾ ਨਹੀਂ ਹੁੰਦਾ, ਅਸੀਂ ਤਕਸੀਮ ਕਰਾਉਂਦੇ ਹਾਂ। ਵੱਡੇ ਖਾਤੇ ਸੀਗੇ, ਤਕਸੀਮ ਕਰਾਈ। ਜਦੋਂ ਤਹਿਸੀਲਦਾਰ ਸਾਹਿਬ ਨੇ ਸਨਦ ਤਕਸੀਮ ਜਾਰੀ ਕੀਤੀ, ਮੌਕੇ 'ਤੇ ਜਾ ਕੇ ਕਾਨੂੰਗੋ ਨੇ ਨਿਸ਼ਾਨ ਲਾਏ। ਉਸ ਵੇਲੇ ਸਾਡਾ ਫਰਜ਼ ਬਣਦਾ ਕਿ ਅਸੀਂ ਕਾਨੂੰਗੋ ਨੂੰ ਕਹੀਏ ਵੀ ਮਿਹਨਤੀ ਕਰਕੇ ਰਕਬਾ ਪੂਰਾ ਕਰਕੇ ਦਿਓ ਸਾਰੀਆਂ ਪਾਰਟੀਆਂ ਦਾ ਜੀ, ਜੋ ਕਿ ਆਮ ਤੌਰ 'ਤੇ ਨਹੀਂ ਕੀਤਾ ਜਾਂਦਾ। ਸਿਰਫ ਨਿਸ਼ਾਨੀਆਂ ਲਾਤੇ ਜਾਂਦੀਆਂ, ਇੱਥੋਂ ਤੇਰਾ, ਇੱਥੋਂ ਤੇਰਾ, ਇੱਥੋਂ ਤੇਰਾ। ਬਿਲਕੁਲ ਜੀ। ਪੂਰੀ ਮਿਹਨਤੀ ਨਹੀਂ ਕੀਤੀ ਜਾਂਦੀ। ਉਹ ਜਿਹੜਾ ਹੈਗਾ, ਅਸੀਂ ਥੋੜ੍ਹਾ ਜਿਹਾ ਭਾਈ ਭਤੀਜਾਵਾਦ ਕਹਿ ਲਓ ਜਾਂ ਰਿਸ਼ਤੇਦਾਰੀ ਕਹਿ ਲਓ, ਉਹਨੂੰ ਮੁੱਖ ਰੱਖ ਕੇ ਅਸੀਂ ਉਸ ਵੇਲੇ ਆਵਾਜ਼ ਨਹੀਂ ਉਠਾਉਂਦੇ, ਜਿਹੜੀ ਕਿ ਬਾਅਦ 'ਚ ਸਾਡੇ ਬੱਚਿਆਂ ਵਾਸਤੇ ਨੁਕਸਾਨਦੇਹ ਹੋ ਜਾਂਦੀਆਂ, ਆਪਸ 'ਚ ਲੜਾਈਆਂ ਹੁੰਦੀਆਂ। ਖਾਸ ਕਰਕੇ ਜੋ ਚੀਜ਼ ਦੇਖਣ 'ਚ ਆਉਂਦੀ ਹੈ, 2.5-2.5, 3-3 ਕਰਮਾਂ ਦੇ ਰਸਤੇ ਲੋਕਾਂ ਦੇ ਖੇਤਾਂ ਨੂੰ ਲੱਗੇ ਹੋਏ ਆ, ਪਰ ਜਦੋਂ ਟਰੈਕਟਰ ਚਲਾਉਂਦੇ ਆ ਉਹ ਹੌਲੀ-ਹੌਲੀ ਆਪਣੇ ਖੇਤਾਂ ਨੂੰ ਜਾਂਦੇ ਰਸਤੇ ਦਾ ਕੀ, ਸੜਕਾਂ ਦੇ ਨਾਲ ਲੱਗਦੇ ਰਸਤੇ ਵੀ ਵਾਹੀ ਜਾਂਦੇ ਆ। ਬਿਲਕੁਲ ਜੀ। ਜਿਨ੍ਹਾਂ ਨੂੰ ਮੁਕੰਮਲ ਕਰਾਉਣ ਲਈ ਸਰਕਾਰ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ, ਪਰ ਸਭ ਤੋਂ ਪਹਿਲਾਂ ਖੇਤ ਮਾਲਕ ਦੀ, ਪਿੰਡ ਦੇ ਨੰਬਰਦਾਰ ਦੀ, ਪਿੰਡ ਦੇ ਸਰਪੰਚ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਸ਼ਾਨਦੇਹੀ ਕਰਾ ਕੇ ਸੜਕ ਦੀ ਜਗ੍ਹਾ ਪੂਰੀ ਛਡਾਵੇ ਜੀ। ਜੇ ਇੱਕ ਬੰਦੇ ਕੋਲ 10 ਕਿੱਲੇ ਜ਼ਮੀਨ ਹੈ, 10 ਕਿੱਲੇ ਦੀ ਫਸਲ 'ਚ ਉਹਦਾ ਪੂਰਾ ਨਹੀਂ ਪੈਂਦਾ, ਤਾਂ ਸੜਕ ਦੇ ਨਾਲ ਲੱਗਦੀ 4 ਫੁੱਟ ਜਗ੍ਹਾ ਘੇਰ ਕੇ ਕਿੰਨੀ ਕੁ ਫਸਲ ਬਚਾ ਲੇਗਾ? ਬਿਲਕੁਲ ਜੀ। ਇਹਦੇ ਬਾਰੇ 2005-06 ਦੇ ਵਿੱਚ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਰਕਾਰ ਵੱਲੋਂ, ਔਰ ਬਹੁਤ ਸਾਰੀਆਂ ਪੇਂਡੂ ਸੜਕਾਂ 'ਤੇ ਮਿੱਟੀ ਪਵਾ ਵੀ ਦਿੱਤੀ ਗਈ ਸੀ। ਲੋਕਾਂ ਦੇ ਖੇਤਾਂ 'ਚੋਂ ਚੱਕ ਕੇ ਮਿੱਟੀ ਪਵਾਈ ਗਈ ਸੀ, ਨਿਸ਼ਾਨਦੇਹੀ ਕਰਕੇ ਰੈਵਨਿਊ ਡਿਪਾਰਟਮੈਂਟ ਨੇ ਨਿਸ਼ਾਨੀਆਂ ਕੀਤੀਆਂ ਸੀ। ਪਰੰਤੂ ਹੁਣ ਫਿਰ ਉਹੋ ਜਿਹਾ ਹੀ ਹਾਲ ਹੈ। ਜਿਹੜੇ 3-3 15-15 ਫੁੱਟ ਦੇ ਰਸਤੇ ਸੀਗੇ, 3-3 ਕਰਮਾਂ ਦੇ, ਉਹ ਇਸ ਵੇਲੇ ਵੀ 1 ਕਰਮ ਜਾਂ 1.5 ਕਰਮ ਦੇ ਰਹਿ ਗਏ। ਕਿਉਂ? ਲੋਕਾਂ ਜੋ ਟਰੈਕਟਰ ਵਾਹੁੰਦੇ ਨਾਲ ਤਵੀਆਂ ਦੇ ਨਾਲ ਖਿੱਚ ਕੇ ਲੈ ਜਾਂਦੇ ਆ। ਅਤੇ ਅਲਵਾਲੀਆ ਸਾਹਿਬ, ਤੁਸੀਂ ਸ਼ੁਰੂਆਤ ਦੇ ਵਿੱਚ ਜਦੋਂ ਜ਼ਿਕਰ ਕਰ ਰਹੇ ਸੀ, ਇੱਕ ਤਾਂ ਤੁਸੀਂ ਪੂਰੀ ਵਿਧੀ ਦੱਸ ਦਿੱਤੀ ਹੈ, ਪੂਰਾ ਪ੍ਰੋਸੀਜਰ ਦੱਸ ਦਿੱਤਾ ਹੈ ਕਿ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਕਿਸ ਤਰ੍ਹਾਂ ਨਿਸ਼ਾਨਦੇਹੀ ਕਰਵਾ ਸਕਦੇ ਹੋ।
ਤੇ ਅਕਸਰ ਦੇਖਿਆ ਜਾਂਦਾ ਹੈ ਕਈ ਵਾਰ ਪਿੰਡਾਂ ਦੇ ਵਿੱਚ ਨੰਬਰਦਾਰ ਨੂੰ ਲੈ ਕੇ, ਸਰਪੰਚ ਨੂੰ ਲੈ ਕੇ ਜਾਂ ਮੌਤਬਰ ਬੰਦਿਆਂ ਨੂੰ ਲੈ ਕੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਉਹ ਕਿੰਨੀ ਕੁ ਮਾਨਤਾ ਪ੍ਰਾਪਤ ਹੁੰਦੀ ਹੈ ਜਾਂ ਉਹਦੀ ਵੀ ਕੋਈ ਲਿਖਾ ਪੜ੍ਹੀ ਹੋ ਜਾਂਦੀ ਹੈ? ਨਹੀਂ, ਉਹਦੀ ਕੋਈ ਲਿਖਾ ਪੜ੍ਹੀ ਨਹੀਂ ਹੁੰਦੀ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਜੇ ਤਾਂ ਪਿੰਡ 'ਚ ਪੰਚਾਇਤ ਲੈਵਲ ਤੇ ਤੁਹਾਡਾ ਨਿਬੇੜਾ ਹੁੰਦਾ, ਉਹਦੇ 'ਚ ਇਹ ਹੁੰਦਾ ਕਿ ਜਿਹੜੇ ਦੋ ਪਾਰਟੀਆਂ ਦਾ ਆਪਸ ਝਗੜਾ ਚੱਲ ਰਿਹਾ ਹੁੰਦਾ, ਅਗਰ ਪੰਚਾਇਤ ਦੇ ਮੈਂਬਰ ਨੰਬਰਦਾਰ ਮਿਲ ਕੇ ਉਹਨਾਂ ਦੀ ਮਿਣਤੀ ਆਪਸ 'ਚ ਕਰ ਲੈਂਦੇ ਆ, ਕਰਕੇ ਦੋਹਾਂ ਦਾ ਰਕਬਾ ਜੇ ਪੂਰਾ ਹੋ ਜਾਂਦਾ ਫਿਰ ਕਿਸੇ ਲਿਖਾ ਪੜ੍ਹੀ ਦੀ ਲੋੜ ਨਹੀਂ ਹੁੰਦੀ। ਮੇਰੇ ਖਿਆਲ 'ਚ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਇਸ ਮਾਮਲੇ 'ਚ। ਜੇ ਜਗ੍ਹਾ ਪੂਰੀ ਹੁੰਦੀ ਹੈ ਤਾਂ ਲੜਾਈ ਝਗੜੇ ਦਾ ਕੋਈ ਥਾਂ ਨਹੀਂ ਹੁੰਦਾ। ਜੇ ਜਗ੍ਹਾ ਪੂਰੀ ਨਹੀਂ ਹੁੰਦੀ ਫਿਰ ਇਹ ਮਸਲਾ ਚਲਾ ਜਾਂਦਾ ਤਹਿਸੀਲਦਾਰ ਲੈਵਲ 'ਤੇ। ਫਿਰ ਤਹਿਸੀਲਦਾਰ ਵੱਲੋਂ ਐਪਲੀਕੇਸ਼ਨ ਕਾਨੂੰਗੋ ਨੂੰ ਭੇਜ ਕੇ ਜੋ ਨਿਸ਼ਾਨਦੇਹੀ ਕਰਾਈ ਜਾਂਦੀ ਹੈ ਉਹੀ ਵੈਲਿਡ ਹੁੰਦੀ ਹੈ। ਉਹਦੇ ਵਿੱਚ ਕਾਨੂੰਗੋ ਬਕਾਇਦਾ ਲਿਖਦਾ ਕਿ ਇੰਨਾ ਰਕਬਾ ਫਲਾਣੇ ਬੰਦੇ ਦਾ ਦੂਸਰੇ ਬੰਦੇ ਦੇ ਕਬਜ਼ੇ 'ਚ ਹੈ। ਉਹ ਉੱਥੇ ਢੇਰੀਆਂ ਲਵਾਉਂਦਾ, ਨਿਸ਼ਾਨ ਲਵਾਉਂਦਾ ਵੀ ਇੰਨਾ ਰਕਬਾ ਭਾਈ ਤੇਰਾ ਇਸ ਫਲਾਣੇ ਦੇ 'ਚ ਹੈ। ਛਡਾਣਾ ਨਾ ਛਡਾਣਾ ਉਹ ਫਿਰ ਸਿਵਲ ਕੋਰਟ ਦਾ ਮਸਲਾ ਚਲਾ ਜਾਂਦਾ ਜੇ ਰਜਾਮੰਦੀ ਨਾਲ ਨਹੀਂ ਛੱਡਿਆ ਜਾਂਦਾ। ਤਲਵਲੀਆ ਸਾਹਿਬ, ਵਿਦੇਸ਼ਾਂ ਦੇ ਵਿੱਚ ਲੋਕ ਚਲੇ ਜਾਂਦੇ ਨੇ, ਜ਼ਮੀਨਾਂ ਜਾਇਦਾਦਾਂ ਇੱਧਰ ਰਹਿ ਜਾਂਦੀਆਂ ਨੇ, ਉਸ ਜ਼ਮੀਨ ਦੀ ਨਿਸ਼ਾਨਦੇਹੀ ਵੀ ਹੋ ਸਕਦੀ ਹੈ, ਪਰ ਸ਼ਰਤ ਇਹ ਹੈ ਕਿ ਉਹ ਬੰਦਾ ਬਾਹਰ ਹੀ ਬੈਠਾ ਨਹੀਂ ਆ ਸਕਦਾ, ਤਾਂ ਕੋਈ ਪ੍ਰੋਸੀਜਰ ਅਜਿਹਾ ਹੋਵੇ। ਹਾਂ, ਕਰਾ ਸਕਦੇ ਹਾਂ। ਉਸ ਦਾ ਜਿਹੜਾ ਕੋਈ ਮੁਖਤਿਆਰ ਆਮ ਇੱਥੇ ਹੈਗਾ ਉਹ, ਜਾਂ ਉਸ ਦੇ ਵਿੱਚ ਕੋਈ ਹੋਰ ਉਹਦਾ ਭਰਾ ਭਾਈ ਹਿੱਸੇਦਾਰ ਹੈਗਾ ਉਸ ਜ਼ਮੀਨ ਦੇ ਵਿੱਚ, ਤਾਂ ਉਹ ਵੀ ਆਪਣੇ ਰਕਬੇ ਦੀ ਨਿਸ਼ਾਨਦੇਹੀ ਜਿਹੜਾ ਹੈ, ਜਾਂ ਆਪਣੇ ਭਰਾ ਦੇ ਰਕਬੇ ਦੀ ਨਿਸ਼ਾਨਦੇਹੀ ਜਾਂ ਆਪਣੇ ਭੈਣ ਦੇ ਰਕਬੇ ਦੀ ਨਿਸ਼ਾਨਦੇਹੀ ਕਰਵਾ ਸਕਦਾ ਜੀ ਵੀ ਇੰਨਾ ਮੇਰਾ ਰਕਬਾ, ਇੰਨਾ ਉਹਦਾ ਰਕਬਾ, ਇਹ ਸਾਡੀ ਨਿਸ਼ਾਨਦੇਹੀ ਕਰ ਜੀ। ਜਲਵਾਲ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਨਿਸ਼ਾਨਦੇਹੀ ਨੂੰ ਲੈ ਕੇ ਕਾਫੀ ਕੁਝ ਤੁਸੀਂ ਸਾਫ਼ ਕਰ ਦਿੱਤਾ ਹੈ। ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਹੁੰਦੇ ਨੇ, ਜ਼ਮੀਨ ਜਾਇਦਾਦ ਦੇ ਮਸਲੇ ਜੇ ਹੁੰਦੇ ਨੇ ਕਿ ਅਸੀਂ ਇੱਕ ਨੋਰਮਲ ਜਿਹੜਾ ਬਿਆਨਾ ਹੁੰਦਾ ਹੈ ਜਾਂ ਕੁਝ ਵੀ ਹਲਫਨਾਮਾ ਹੁੰਦਾ ਉਹ ਵੀ ਨਹੀਂ ਪੜ੍ਹ ਸਕਦੇ ਚੰਗੀ ਤਰ੍ਹਾਂ, ਕਿਉਂਕਿ ਉਹਦੀ ਭਾਸ਼ਾ ਥੋੜ੍ਹੀ ਜਿਹੀ ਅਲੱਗ ਹੋ ਜਾਂਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ ਰਿਟਾਇਰਡ ਨਾਇਬ ਤਹਿਸੀਲਦਾਰ ਗੁਰਪ੍ਰਤਾਪ ਸਿੰਘ ਆਹਲੂਵਾਲੀਆ, ਜਿਨ੍ਹਾਂ ਨੇ ਦੱਸਿਆ ਕਿ ਨਿਸ਼ਾਨਦੇਹੀ ਅਸਲ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਹੈ, ਕੀ ਉਹਦਾ ਪ੍ਰੋਸੀਜਰ ਹੈ। ਸੋ ਦਰਸ਼ਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡਾ ਵੀ ਕੋਈ ਮਸਲਾ ਹੈ ਜ਼ਮੀਨ ਜਾਇਦਾਦ ਨਾਲ ਜੁੜਿਆ ਹੋਇਆ, ਜਾਂ ਕੋਈ ਨਿਸ਼ਾਨਦੇਹੀ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਸਵਾਲ ਹੈ, ਤਾਂ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, WhatsApp ਕਰ ਸਕਦੇ ਹੋ, ਆਪਣਾ ਸਵਾਲ ਸਾਨੂੰ ਦੱਸ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਮਸਲੇ ਦਾ ਹੱਲ ਕੀਤਾ ਜਾਵੇ। ਸੋ ਇਸੇ ਤਰ੍ਹਾਂ ਅਗਲੇ ਐਪੀਸੋਡ ਦੇ ਵਿੱਚ ਹੋਰ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।